ਹੈਲੋ ਫਰੈਂਡਸ, ਵੈਲਕਮ ਟੂ ਯੂ ਇਨ ਹਾਈ-ਫਾਈ ਜੀਕੇ ਗੁਰੂ ਜੀ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਅਰਥ ਸ਼ਾਸਤਰ ਦਾ ਜਿਹੜਾ 9th ਕਲਾਸ ਦਾ ਲੈਸਨ ਫਸਟ ਆ, ਠੀਕ ਹੈ, ਉਹਦੀਆਂ ਮੇਨ ਜਿਹੜੀਆਂ ਨੇ ਪਰਿਭਾਸ਼ਾਵਾਂ ਨੇ, ਡੈਫੀਨੇਸ਼ਨਸ ਨੇ ਉਹਦੇ ਵਿੱਚ ਦਿੱਤੀਆਂ ਹੋਈਆਂ। ਅਰਥ ਸ਼ਾਸਤਰ ਦੇ ਅਕੋਰਡਿੰਗ ਕੀ ਉਹਦੀਆਂ ਜਿਹੜੀਆਂ ਧਾਰਨਾਵਾਂ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ, ਕੀ ਉਹਨਾਂ ਦੀ ਡੈਫੀਨੇਸ਼ਨ ਆ, ਉਹਦੇ ਬਾਰੇ ਡਿਸਕਸ ਕਰਾਂਗੇ। ਇਹ ਜਿਹੜੇ ਹੈਗੇ ਆ ਆਲ ਐਗਜ਼ਾਮ ਦੇ ਲਈ, ਕੰਪੀਟੀਸ਼ਨ ਐਗਜ਼ਾਮ ਨੇ, ਜਿੱਦਾਂ PCS ਦਾ ਹੋ ਗਿਆ, ਠੀਕ ਆ, ਜਾਂ ਮਾਸਟਰ ਕੇਡਰ ਦੇ ਵਿੱਚ ਜਿਨ੍ਹਾਂ ਕੋਲ ਇਕਨੋਮਿਕਸ ਆ, ਉਹਨਾਂ ਵਾਲੇ ਕੀ ਹੈ ਕਿ ਇੰਪੋਰਟੈਂਟ ਆ। ਤਾਂ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਹੈ ਕਿ ਸਾਧਨ ਕੀ ਹੁੰਦੇ ਹਨ। ਸਾਧਨ ਜਿਨ੍ਹਾਂ ਨੂੰ ਆਪਾਂ ਇੰਗਲਿਸ਼ 'ਚ ਕੀ ਕਹਿੰਦੇ ਆ, ਮੀਨਸ ਕਹਿ ਦਿੰਦੇ ਆ, ਠੀਕ ਆ। ਕੀ ਹੁੰਦੇ ਆ ਉਹ? ਅਰਥ ਸ਼ਾਸਤਰ ਦੇ ਵਿੱਚ ਉਹਦੀ ਕੀ ਪਰਿਭਾਸ਼ਾ ਵਾ? ਉਹ ਵਸਤੂਆਂ ਅਤੇ ਸੇਵਾਵਾਂ ਜੋ ਸਾਡੀਆਂ ਲੋੜਾਂ ਪੂਰੀਆਂ ਕਰਦੀਆਂ ਹਨ, ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਸਾਧਨ ਕਹਿੰਦੇ ਹਾਂ ਜਾਂ ਮੀਨਸ ਕਹਿੰਦੇ ਹਾਂ। ਹੁਣ ਦੇਖੋ, ਫੋਰ ਐਗਜ਼ਾਮਪਲ ਹੋ ਗਿਆ ਵੀ ਸਾਨੂੰ ਭੁੱਖ ਲੱਗੀ ਆ, ਠੀਕ ਆ, ਉਹਨੂੰ ਮਿਟਾਉਣ ਲਈ ਕੀ ਕਰਦੇ ਹਾਂ? ਭੋਜਨ ਖਾਂਦੇ ਹਾਂ। ਫਿਰ ਆਪਣੇ ਜਿਹੜਾ ਹੈਗਾ ਬੋਡੀ, ਉਹਨੂੰ ਕਵਰ ਕਰਨ ਦੇ ਲਈ ਆਪਾਂ ਕੀ ਆ? ਕੱਪੜੇ ਪਾਉਂਦੇ ਹਾਂ। ਰਹਿਣ ਵਾਸਤੇ ਆਪਾਂ ਕੀ ਕਰਦੇ ਹਾਂ? ਘਰ ਲੈਂਦੇ ਹਾਂ, ਘਰ 'ਚ ਰਹਿੰਦੇ ਹਾਂ, ਠੀਕ ਆ। ਆਵਾਜਾਈ ਦੇ ਵਾਹਨ ਖਰੀਦਦੇ ਹਾਂ। ਮਨੋਰੰਜਨ ਲਈ ਟੈਲੀਵਿਜ਼ਨ ਲੈਂਦੇ ਹਾਂ, ਰੇਡੀਓ ਲੈਂਦੇ ਹਾਂ। ਇਹ ਸਾਰੀਆਂ ਚੀਜ਼ਾਂ ਨੇ ਕੀ ਨੇ ਕਿ ਆਪਣੀਆਂ ਲੋੜਾਂ ਪੂਰੀਆਂ ਕਰਦੀਆਂ ਨੇ। ਜਿਹੜੀਆਂ ਵੀ ਆਪਾਂ ਨੂੰ ਲੋੜਾਂ ਹੁੰਦੀਆਂ ਨੇ ਉਹ ਸਾਰੀਆਂ ਪੂਰੀਆਂ ਕਰਦੀਆਂ ਨੇ। ਤਾਂ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀ ਕਹਿੰਦੇ ਆ? ਸਾਧਨ ਕਹਿੰਦੇ ਆ। ਡੈਫੀਨੇਸ਼ਨ ਕੀ ਬਣ ਗਈ ਫਿਰ? ਉਹ ਵਸਤੂਆਂ ਅਤੇ ਸੇਵਾਵਾਂ ਜੋ ਸਾਡੀਆਂ ਲੋੜਾਂ ਪੂਰੀਆਂ ਕਰਦੀਆਂ ਹਨ, ਉਹਨਾਂ ਨੂੰ ਸਾਧਨ ਆਖਦੇ ਹਨ। ਅੱਗੇ ਹੈ ਕਿ ਅਰਥ ਸ਼ਾਸਤਰ ਤੋਂ ਕੀ ਭਾਵ ਹੈ। ਦੇਖੋ, ਇਕਨੋਮਿਕਸ ਆ ਜਿਹੜਾ, ਉਹਦਾ ਜਿਹੜੀ ਡੈਫੀਨੇਸ਼ਨ ਆ ਉਹ ਕੀ ਡੈਫੀਨੇਸ਼ਨ ਆ? ਅਰਥ ਸ਼ਾਸਤਰ ਮਨੁੱਖ ਦੇ ਵਿਵਹਾਰ ਦਾ ਅਧਿਐਨ ਹੈ ਜਿਹੜਾ ਇਹ ਦੱਸਦਾ ਹੈ ਕਿ ਕਿਸ ਤਰ੍ਹਾਂ ਇੱਕ ਮਨੁੱਖ ਆਪਣੀਆਂ ਅਸੀਮਤ ਜ਼ਰੂਰਤਾਂ ਨੂੰ ਸੀਮਤ ਸਾਧਨਾਂ ਨਾਲ ਪੂਰਾ ਕਰ ਸਕਦਾ ਹੈ। ਦੇਖੋ, ਕਹਿੰਦੇ ਅਰਥ ਸ਼ਾਸਤਰ ਸਭ ਤੋਂ ਪਹਿਲਾਂ ਕਿਹਦਾ ਅਧਿਐਨ ਕਰਦਾ? ਮਨੁੱਖ ਦੇ ਵਿਵਹਾਰ ਦਾ, ਠੀਕ ਆ। ਹੁਣ ਵਿਵਹਾਰ ਵਿੱਚ ਕਿਹੜੀ ਚੀਜ਼ ਦਾ ਅਧਿਐਨ ਕਰਦਾ ਵਾ? ਇਸ ਚੀਜ਼ ਦਾ ਕਰਦਾ ਕਿ ਮਨੁੱਖ ਆਪਣੀਆਂ ਅਸੀਮਤ ਲੋੜਾਂ, ਮਤਲਬ ਕਦੇ ਨਾ ਖਤਮ ਹੋਣ ਵਾਲੀਆਂ ਲੋੜਾਂ, ਠੀਕ ਆ, ਜਿਨ੍ਹਾਂ ਦੀ ਕੋਈ ਸੀਮਾ ਨਹੀਂ, ਉਹ ਜਿਹੜੀਆਂ ਜ਼ਰੂਰਤਾਂ ਨੇ ਉਹਦੀਆਂ, ਉਹਨਾਂ ਨੂੰ ਕੀ ਆ ਕਿ ਪਰ ਉਹਨਾਂ ਨੂੰ ਪੂਰਾ ਕਰਨ ਦੇ ਸਾਧਨ ਉਹਦੇ ਕੋਲ ਸੀਮਤ ਨੇ, ਬਟ ਉਹ ਉਹਨਾਂ ਸਾਧਨਾਂ ਨਾਲ ਹੀ ਕੀ ਆ ਉਹਨਾਂ ਨੂੰ ਪੂਰਾ ਕਰਦਾ ਵਾ। ਇਸ ਚੀਜ਼ ਦਾ ਜਿਹੜਾ ਹੈਗਾ ਆਪਾਂ ਨੂੰ ਜਾਣਕਾਰੀ ਦਿੰਦਾ ਕੌਣ ਦਿੰਦਾ ਵਾ? ਅਰਥ ਸ਼ਾਸਤਰ ਜਿਹੜਾ ਇਕਨੋਮਿਕਸ ਆ ਉਹ ਤੋਂ ਇਹਦੀ ਜਾਣਕਾਰੀ ਮਿਲਦੀ ਆ ਆਪਾਂ ਨੂੰ, ਠੀਕ ਹੈ। ਡੈਫੀਨੇਸ਼ਨ ਇੱਕ ਵਾਰ ਫੇਰ ਆਪਾਂ ਰਿਪੀਟ ਕਰਦੇ ਹਾਂ। ਅਰਥ ਸ਼ਾਸਤਰ ਕੀ ਆ ਕਿ ਮਨੁੱਖ ਦੇ ਵਿਵਹਾਰ ਦਾ ਅਧਿਐਨ ਆ ਜਿਹੜਾ ਇਹ ਦੱਸਦਾ ਵੀ ਕਿਸ ਤਰ੍ਹਾਂ ਇੱਕ ਜਿਹੜਾ ਮਨੁੱਖ ਆ, ਠੀਕ ਆ, ਆਪਣੀਆਂ ਅਸੀਮਤ ਜ਼ਰੂਰਤਾਂ ਨੂੰ ਸੀਮਤ ਸਾਧਨਾਂ ਨਾਲ ਪੂਰਾ ਕਰ ਸਕਦਾ ਹੈ। ਅੱਗੇ ਹੈ ਵਸਤਾਂ ਜਾਂ ਜਿਹੜੀਆਂ ਗੁਡਸ ਨੇ ਉਹ ਕੀ ਆ? ਹੁਣ ਦੇਖਦੇ ਹਾਂ। ਵਸਤਾਂ ਉਹ ਦ੍ਰਿਸ਼ ਮੱਦਾਂ ਹਨ ਜੋ ਮਨੁੱਖ ਦੀਆਂ ਲੋੜਾਂ ਪੂਰੀਆਂ ਕਰਦੀਆਂ ਹਨ, ਜਿਵੇਂ ਕਿਤਾਬ ਹੋ ਗਿਆ, ਕੁਰਸੀ ਹੋ ਗਈ, ਮੇਜ਼ ਆਦਿ। ਹੁਣ ਦੇਖੋ, ਪਹਿਲਾਂ ਤਾਂ ਹੈਗਾ ਦ੍ਰਿਸ਼ ਮੱਦਾਂ, ਮਤਲਬ ਕਿ ਜਿਹੜੀਆਂ ਆਪਾਂ ਨੂੰ ਦਿਖਾਈ ਦਿੰਦੀਆਂ ਨੇ ਉਹ ਚੀਜ਼ਾਂ ਨੇ ਜਿਹੜੀਆਂ ਕੀ ਨੇ? ਮਨੁੱਖ ਦੀਆਂ ਲੋੜਾਂ ਪੂਰੀਆਂ ਕਰਦੀਆਂ ਨੇ। ਲੋੜਾਂ ਜਿਵੇਂ ਦੇਖੋ, ਆਪਾਂ ਨੂੰ ਪੜ੍ਹ ਰਹੇ ਹਾਂ, ਠੀਕ ਆ, ਤਾਂ ਆਪਾਂ ਨੂੰ ਕਿਸ ਚੀਜ਼ ਦੀ ਲੋੜ ਆ? ਕਿਤਾਬ ਦੀ। ਤਾਂ ਕਿਤਾਬ ਕੀ ਆਪਣੀ ਲੋੜ ਪੂਰੀ ਕਰ ਰਹੀ ਆ। ਆਪਾਂ ਬੈਠਣਾ ਵਾ, ਬੈਠਣ ਲਈ ਆਪਾਂ ਨੂੰ ਕਿਸ ਚੀਜ਼ ਦੀ ਲੋੜ ਆ? ਕੁਰਸੀ ਦੀ ਲੋੜ ਆ ਨਾ, ਇਹ ਆਪਣੀ ਜ਼ਰੂਰਤ ਪੂਰੀ ਕਰ ਰਹੀ ਆ। ਇਸੇ ਤਰ੍ਹਾਂ ਮੇਜ਼ ਆ ਜਿਹੜੀ, ਆਪਾਂ ਨੂੰ ਮੇਜ਼ ਦੀ ਜ਼ਰੂਰਤ, ਆਪਾਂ ਕੋਈ ਸਮਾਨ ਰੱਖਣਾ, ਠੀਕ ਹੈ, ਜਾਂ ਉਸ 'ਤੇ ਬੈਠ ਕੇ ਭੋਜਨ ਕਰਨਾ ਵਾ ਮੇਜ਼ 'ਤੇ ਰੱਖ ਕੇ, ਤਾਂ ਕੀ ਹੈ ਕਿ ਇਸ ਕਿਸੇ ਨਾ ਕਿਸੇ ਤਰ੍ਹਾਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ ਨੇ। ਇਹਦੇ ਅਕੋਰਡਿੰਗ ਫਿਰ ਆਪਾਂ ਦੇਖੀਏ ਕਿ ਜਿਹੜੀਆਂ ਗੁਡਸ ਹੁੰਦੀਆਂ ਨੇ ਉਹ ਕੀ ਹੁੰਦੀਆਂ ਨੇ। ਦੇਖੋ, ਉਹ ਦ੍ਰਿਸ਼ ਮੱਦਾਂ ਹਨ ਜੋ ਮਨੁੱਖ ਦੀਆਂ ਲੋੜਾਂ ਪੂਰੀਆਂ ਕਰਦੀਆਂ ਹਨ, ਜਿਵੇਂ ਕਿਤਾਬ, ਕੁਰਸੀ, ਮੇਜ਼ ਆਦਿ। ਇਹ ਤੋਂ ਬਿਨਾਂ ਆਪਣੇ ਮਨੋਰੰਜਨ ਦੀਆਂ ਲੋੜਾਂ ਪੂਰੀਆਂ ਕਰਨ ਵਾਲੇ ਵੀ ਸਾਧਨ ਹੁੰਦੇ ਆ, ਠੀਕ ਆ। ਰੇਡੀਓ ਹੋ ਗਿਆ, ਪੱਖਾ ਹੋ ਗਿਆ। ਮੈਂ ਤੁਹਾਨੂੰ ਮੋਬਾਈਲ ਫੋਨ 'ਤੇ ਪੜ੍ਹਾ ਰਹੀ ਹਾਂ, ਠੀਕ ਆ, ਇਹ ਮੋਬਾਈਲ ਫੋਨ ਹੋ ਗਿਆ। ਅੱਗੇ ਹੈ ਕਿ ਸੇਵਾਵਾਂ ਜਾਂ ਸਰਵਿਸਿਜ਼ ਨੇ ਜਿਹੜੀਆਂ ਉਹ ਕੀ ਹੁੰਦੀਆਂ ਨੇ। ਦੇਖੋ, ਸੇਵਾਵਾਂ ਅਤੇ ਸਰਵਿਸਿਜ਼, ਸੇਵਾਵਾਂ ਜਿਹੜੀਆਂ ਨੇ ਆਦ੍ਰਿਸ਼ ਮੱਦਾਂ ਵਾ। ਦੇਖੋ, ਜਿਹੜੇ ਆਪਾਂ ਗੁਡਸ ਪੜ੍ਹੀਆਂ ਸੀ ਉਹ ਦ੍ਰਿਸ਼ ਮਤਲਬ ਉਹਨਾਂ ਨੂੰ ਦੇਖਿਆ ਜਾਂਦਾ ਵਾ। ਸੇਵਾਵਾਂ ਵਾ ਜਿਹੜੀਆਂ ਉਹ ਆਦ੍ਰਿਸ਼ ਮੱਦਾਂ ਵਾ, ਜਿਨ੍ਹਾਂ ਨੂੰ ਆਪਾਂ ਨਹੀਂ ਦੇਖ ਸਕਦੇ, ਸਿਰਫ ਉਹਨਾਂ ਨੂੰ ਮਹਿਸੂਸ ਕਰ ਸਕਦੇ ਹਾਂ, ਪਰੰਤੂ ਮਨੁੱਖ ਦੀਆਂ ਜ਼ਰੂਰਤਾਂ ਸੰਤੁਸ਼ਟ ਕਰਦੀਆਂ ਹਨ। ਦੇਖੋ, ਕਹਿੰਦੇ ਇਹ ਹੁੰਦੀਆਂ ਤਾਂ ਆਦਰਸ਼ ਆ, ਪਰ ਕੀ ਹੈ ਕਿ ਮਨੁੱਖ ਦੀਆਂ ਆਪਣੀਆਂ ਇਹ ਜ਼ਰੂਰਤਾਂ ਪੂਰੀਆਂ ਕਰਦੀਆਂ ਨੇ। ਹੁਣ ਕਿਵੇਂ ਕਰਦੀਆਂ ਨੇ? ਦੇਖੋ, ਜਿਵੇਂ ਇੱਕ ਅਧਿਆਪਕ ਆ ਪੜ੍ਹਾ ਰਿਹਾ ਤਾਂ ਉਹ ਆਪਣੀ ਪੜ੍ਹਾਈ ਦੀ ਜ਼ਰੂਰਤ ਪੂਰੀ ਕਰ ਰਿਹਾ, ਤਾਂ ਇਟ ਮੀਨਜ਼ ਆਪਾਂ ਨੂੰ ਸੇਵਾ ਦੇ ਰਿਹਾ ਆਪਣੀ। ਫਿਰ ਡਾਕਟਰ ਆ ਜਿਹੜਾ ਉਹ ਇਲਾਜ ਕਰਨਾ ਵਾ ਜਿਹੜਾ, ਉਹ ਵੀ ਉਹਦੀ ਇੱਕ ਤਰ੍ਹਾਂ ਦੀ ਕੀ ਆ? ਸੇਵਾ ਵਾ, ਠੀਕ ਆ। ਸੇਵਾਵਾਂ ਨੇ ਇਹ। ਇਹਦੀ ਡੈਫੀਨੇਸ਼ਨ ਇੱਕ ਵਾਰ ਫਿਰ ਦੇਖਦੇ ਹਾਂ ਕਿ ਸੇਵਾਵਾਂ ਨੇ ਕੀ ਹੁੰਦੀਆਂ ਨੇ। ਸੇਵਾਵਾਂ ਆਦ੍ਰਿਸ਼ ਮੱਦਾਂ ਹਨ,
ਪਰੰਤੂ ਮਨੁੱਖ ਦੀਆਂ ਜਿਹੜੀਆਂ ਜ਼ਰੂਰਤਾਂ ਵਾ ਸੰਤੁਸ਼ਟ ਕਰਦੀਆਂ ਹਨ, ਜਿਵੇਂ ਅਧਿਆਪਕ ਦੁਆਰਾ ਪੜ੍ਹਾਉਣਾ ਅਤੇ ਡਾਕਟਰ ਦੁਆਰਾ ਇਲਾਜ ਕਰਨਾ। ਠੀਕ ਹੈ, ਅੱਗੇ ਹੈ ਉਪਯੋਗਤਾ, ਜਿਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਆ ਯੂਟਿਲਿਟੀ, ਤੋਂ ਕੀ ਭਾਵ ਹੈ। ਦੇਖੋ ਉਪਯੋਗਤਾ ਜਾਂ ਯੂਟਿਲਿਟੀ ਜਿਹੜੀ ਕੀ ਹੁੰਦੀ ਆ, ਜ਼ਰੂਰਤਾਂ ਨੂੰ ਸੰਤੁਸ਼ਟ ਕਰਨ ਦੀ ਸ਼ਕਤੀ ਹੈ ਜਿਹੜੀ ਉਪਯੋਗਤਾ ਹੈ। ਹਾਂਜੀ, ਉਪਯੋਗਤਾ ਕੀ ਆ, ਆਪਣੀਆਂ ਜਿਹੜੀਆਂ ਜ਼ਰੂਰਤਾਂ ਨੇ ਸੰਤੁਸ਼ਟ ਕਰਨਾ, ਮਤਲਬ ਉਹਨਾਂ ਨੂੰ ਪੂਰਾ ਕਰਨ ਦੀ ਜਿਹੜੀ ਚੀਜ਼ ਸ਼ਕਤੀ ਰੱਖਦੀ ਆ ਉਹਨੇ ਕੀ ਆ, ਉਪਯੋਗਤਾ ਕਹਿੰਦੇ ਆ। ਜਿਵੇਂ ਫੋਰ ਐਗਜ਼ਾਮਪਲ ਆਪਾਂ ਦੇਖ ਲਈਏ ਕਿ ਰੋਟੀ ਨਾਲ ਕੀ ਆ, ਭੁੱਖ ਨੂੰ ਮਿਟਾਉਣਾ ਹੈ ਨਾ, ਅਤੇ ਪਾਣੀ ਨਾਲ ਪਿਆਸ ਨੂੰ ਬੁਝਾਉਣ ਦੀ ਸਮਰੱਥਾ ਵਾ ਜਿਹੜੀ ਉਹ ਉਪਯੋਗਤਾ ਵਾ। ਦੇਖੋ ਇਹਦੇ ਵਿੱਚ ਕੀ ਆਪਾਂ ਕਹਿ ਦਈਏ ਕਿ ਆਪਣੀ ਕੋਈ ਜ਼ਰੂਰਤ ਆ, ਠੀਕ ਆ, ਅਤੇ ਕੋਈ ਚੀਜ਼ ਉਸ ਜ਼ਰੂਰਤ ਨੂੰ ਪੂਰਾ ਕਰਨ ਦੀ ਸ਼ਕਤੀ ਰੱਖਦੀ ਆ, ਉਹਨੂੰ ਉਪਯੋਗਤਾ ਕਹਿ ਦਿੰਦੇ ਆ, ਯੂਟਿਲਿਟੀ ਕਹਿ ਦਿੰਦੇ ਆ। ਜਿਵੇਂ ਰੋਟੀ ਆ ਜਿਹੜੀ ਆਪਣੀ ਭੁੱਖ ਮਿਟਾਉਣ ਦੀ ਸਮਰੱਥਾ ਰੱਖਦੀ ਆ, ਪਾਣੀ ਆ ਜਿਹੜਾ ਆਪਣੀ ਪਿਆਸ ਮਿਟਾਉਣ ਦੀ ਸਮਰੱਥਾ ਰੱਖਦਾ, ਇਸ ਲਈ ਇਹ ਕੀ ਨੇ, ਉਪਯੋਗਤਾ ਨੇ। ਅੱਗੇ ਹੈ ਕੀਮਤ, ਪ੍ਰਾਈਸ ਤੋਂ ਕੀ ਭਾਵ ਹੈ। ਦੇਖੋ ਇਹਦੇ ਬਾਰੇ ਦੇਖਦੇ ਹਾਂ ਹੁਣ। ਕੀਮਤ ਤੋਂ ਭਾਵ ਵਸਤੂ ਜਾਂ ਸੇਵਾ ਦੇ ਮੁੱਲ ਤੋਂ ਹੈ। ਕੀ ਹੈ ਕੀਮਤ ਤੋਂ ਭਾਵ, ਕਿ ਕਿਸੇ ਵਸਤੂ ਜਾਂ ਆਪਾਂ ਕੋਈ ਵੀ ਸੇਵਾ ਲੈ ਰਹੇ ਹਾਂ। ਵਸਤੂ ਤਾਂ ਹੋ ਗਈ ਕੋਈ ਮਟੀਰੀਅਲ ਚੀਜ਼, ਠੀਕ ਹੈ। ਸੇਵਾ ਹੋ ਗਈ ਜਿਵੇਂ ਆਪਾਂ ਪਹਿਲਾਂ ਪੜ੍ਹਿਆ ਕਿ ਆਪਾਂ ਕਿਸੇ ਅਧਿਆਪਕ ਤੋਂ ਪੜ੍ਹ ਰਹੇ ਹਾਂ, ਜਾਂ ਆਪਾਂ ਕੀ ਆ ਕਿ ਕਿਸੇ ਪ੍ਰਾਈਵੇਟ ਡਾਕਟਰ ਤੋਂ ਇਲਾਜ ਕਰਵਾ ਰਹੇ ਹਾਂ, ਉਹਦੀ ਸੇਵਾ ਦੇ ਬਦਲੇ ਆਪਾਂ ਉਹਨਾਂ ਨੂੰ ਪੈਸੇ ਦੇ ਰਹੇ ਹਾਂ, ਇਹ ਕੀ ਆ, ਕੀਮਤ ਆ। ਠੀਕ ਹੈ, ਫਿਰ ਕੀ ਕਹਾਂਗੇ ਆਪਾਂ, ਕੀਮਤ ਤੋਂ ਭਾਵ ਵਸਤੂ ਜਾਂ ਸੇਵਾ ਦੇ ਮੁੱਲ ਤੋਂ ਹੈ, ਜਿਸ ਨੂੰ ਮੁਦਰਾ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ। ਕਿਹਦੇ ਰੂਪ ਵਿੱਚ, ਮੁਦਰਾ ਦੇ ਰੂਪ ਵਿੱਚ। ਕਿਵੇਂ, ਹੁਣ ਦੇਖੋ ਇਗਜ਼ਾਮਪਲ ਦਿੱਤੀ ਆ, ਜਿਵੇਂ ਅਸੀਂ ਇੱਕ ਘੜੀ ਨੂੰ ਖਰੀਦਦੇ ਹਾਂ, ਇਸ ਘੜੀ ਦੀ ਜਿਹੜੀ ਕੀਮਤ ਆ ਉਹ ਕਿੰਨੀ ਆ, 500 ਰੁਪਏ ਆ। ਠੀਕ ਹੈ, ਇਹ ਹੋ ਗਈ ਨਾ ਕਿਸੇ ਚੀਜ਼ ਦੀ ਜਿਹੜੀ ਕੀਮਤ ਆ, ਜਾਂ ਕਿਸੇ ਸੇਵਾ ਦੀ ਜਿਹੜੀ ਕੀਮਤ ਦੇਣੀ ਹੈ। ਅੱਗੇ ਹੈ ਧਨ ਆ ਜਿਹੜਾ, ਜਿਹੜੀ ਵੈਲਥ ਆ, ਉਹ ਤੋਂ ਕੀ ਭਾਵ ਆ, ਉਹ ਸਾਰੀਆਂ ਵਸਤੂਆਂ ਜਾਂ ਸੇਵਾਵਾਂ ਜੋ ਅਸੀਂ ਉਪਭੋਗ ਕਰਨ ਦੇ ਲਈ ਕੀਮਤ ਦੇ ਕੇ ਖਰੀਦਦੇ ਹਾਂ, ਜਿਵੇਂ ਕਿਤਾਬ, ਪੈਨ, ਕਮੀਜ਼, ਅਧਿਆਪਕ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਉਣਾ ਆਦਿ ਧਨ ਹਨ, ਕਿਉਂਕਿ ਇਹਨਾਂ ਵਸਤੂਆਂ ਅਤੇ ਸੇਵਾਵਾਂ ਦਾ ਮੁੱਲ ਹੁੰਦਾ ਹੈ। ਦੇਖੋ ਹੁਣ ਕਹਿੰਦੇ ਡੈਫੀਨੇਸ਼ਨ ਨੂੰ ਪਹਿਲਾਂ ਆਪਾਂ ਸਮਝਦੇ ਹਾਂ ਡਿਟੇਲ ਦੇ ਵਿੱਚ। ਉਹ ਸਾਰੀਆਂ ਵਸਤੂਆਂ ਜਾਂ ਸੇਵਾਵਾਂ, ਫਿਰ ਉਹੀ ਆ ਗਿਆ ਨਾ ਅਗੇਨ, ਉਹ ਵਸਤੂਆਂ ਜਾਂ ਸੇਵਾਵਾਂ ਜੋ ਅਸੀਂ ਕੀ ਆ, ਉਪਭੋਗ ਵਰਤੋਂ ਕਰਨ ਦੇ ਲਈ ਖਰੀਦਦੇ ਹਾਂ, ਕੀ ਦੇ ਕੇ, ਕੀਮਤ ਦੇ ਕੇ, ਪੈਸੇ ਦੇ ਕੇ ਖਰੀਦਦੇ ਹਾਂ। ਠੀਕ ਹੈ, ਉਹਦੇ ਵਿੱਚ ਇਗਜ਼ਾਮਪਲ ਦਿੱਤੀ ਆਪਾਂ ਨੂੰ, ਜਿਵੇਂ ਕਿਤਾਬ ਹੋ ਗਿਆ, ਪੈਨ ਹੋ ਗਿਆ, ਕਮੀਜ਼ ਹੋ ਗਿਆ, ਇਹ ਤਾਂ ਹੋ ਗਿਆ ਮਟੀਰੀਅਲ ਥਿੰਗਸ। ਇਹ ਤੋਂ ਬਿਨਾਂ ਕੋਈ ਅਧਿਆਪਕ ਆਪਾਂ ਨੂੰ ਪੜ੍ਹਾ ਰਿਹਾ, ਠੀਕ ਆ, ਆਪਾਂ ਸਕੂਲ ਵਿੱਚ ਕੀ ਆ, ਫੀਸ ਭਰਦੇ ਹਾਂ ਜਿਹਦੀ ਉਹਨਾਂ ਨੂੰ ਤਨਖਾਹ ਮਿਲਦੀ ਆ। ਦੈਨ ਕੀ ਨੇ ਇਹ ਸਾਰੀਆਂ ਵਸਤੂਆਂ, ਧਨ ਨੇ, ਵੈਲਥ 'ਤੇ ਚੱਲਦੀਆਂ ਨੇ। ਜੇ ਇਹਨਾਂ ਦਾ ਮੁੱਲ ਆ ਤਾਂ ਹੀ ਇਹ ਸਾਰੀਆਂ ਵਸਤੂਆਂ ਚੱਲ ਰਹੀਆਂ ਨੇ। ਇੱਕ ਵਾਰ ਫਿਰ ਇਹਦੀ ਡੈਫੀਨੇਸ਼ਨ ਦੇਖ ਲੈਂਦੇ ਆਪਾਂ, ਇਕਨੋਮਿਕਸ ਦੇ ਤੌਰ 'ਤੇ ਕਿੱਦਾਂ ਲਿਖਣੀ ਆ, ਕਿ ਉਹ ਸਾਰੀਆਂ ਵਸਤੂਆਂ ਜਾਂ ਸੇਵਾਵਾਂ ਜੋ ਅਸੀਂ ਕੀ ਆ, ਉਪਭੋਗ ਕਰਨ ਦੇ ਲਈ ਕੀਮਤ ਦੇ ਕੇ ਖਰੀਦਦੇ ਹਾਂ, ਉਹਨਾਂ ਨੂੰ ਕੀ ਕਹਿੰਦੇ ਆ, ਧਨ ਕਹਿੰਦੇ ਆ। ਜਿਹੜੀ ਉਹ ਕੀਮਤ ਦਿੰਦੇ ਆ ਆਪਾਂ ਉਹਨੂੰ ਧਨ ਕਹਿੰਦੇ ਆ। ਠੀਕ ਆ, ਸੇਵਾਵਾਂ ਦਾ ਮੁੱਲ ਆ ਅਸਲ ਵਿੱਚ ਇਹ। ਮੁਦਰਾ ਕੀ ਹੈ, ਜਾਂ ਮਨੀ ਆ ਜਿਹੜੀ, ਉਹ ਕੀ ਆ। ਹੁਣ ਇਹ ਦੇਖੋ, ਮੁਦਰਾ ਉਹ ਸਾਧਨ ਹੈ ਜੋ ਸਰਕਾਰ ਦੁਆਰਾ ਜਾਰੀ ਕੀਤਾ ਜਾਂਦਾ ਹੈ ਅਤੇ ਜਿਸ ਨੂੰ ਵਟਾਂਦਰੇ ਦੇ ਮਾਧਿਅਮ ਦੇ ਰੂਪ ਵਿੱਚ ਸਵੀਕਾਰ ਕੀਤਾ ਜਾਂਦਾ ਹੈ। ਦੇਖੋ ਮੁਦਰਾ ਕਹਿੰਦੇ ਇੱਕ ਤਰ੍ਹਾਂ ਦਾ ਉਹ ਸਾਧਨ ਹੈ ਜਿਹਨੂੰ ਕੌਣ ਜਾਰੀ ਕਰਦੀ ਆ, ਸਰਕਾਰ ਜਾਰੀ ਕਰਦੀ ਹੈ। ਜਿਹੜੇ ਆਪਣੇ ਨੋਟ ਨੇ, ਕਰੰਸੀ ਨੋਟ ਨੇ, ਠੀਕ ਆ, ਜਿਹਨੂੰ ਆਪਾਂ ਰੋਜ਼ ਵਰਤਦੇ ਹਾਂ ਚੀਜ਼ਾਂ ਖਰੀਦਣ ਦੇ ਲਈ, ਚੀਜ਼ਾਂ ਵੇਚਣ ਦੇ ਲਈ। ਉਹ ਕੀ ਦੇ ਕੇ ਆਪਾਂ, ਮਤਲਬ ਕੋਈ ਵੀ ਚੀਜ਼ ਖਰੀਦਣੀ ਤਾਂ ਕੀ ਦਿੰਦੇ ਆ, ਪੈਸੇ ਦਿੰਦੇ ਆ। ਉਹੀ ਪੈਸੇ ਕੀ ਆ, ਮੁਦਰਾ ਵਾ। ਲਿਖਿਆ ਹੋਇਆ ਨਾ, ਜਿਸ ਨੂੰ ਵਟਾਂਦਰੇ ਦੇ ਮਾਧਿਅਮ ਦੇ ਰੂਪ ਵਿੱਚ ਸਵੀਕਾਰ ਕਰਦੇ ਹਾਂ। ਅੱਗੇ ਹੈ, ਅੱਛਾ ਇਹ ਤੋਂ ਬਿਨਾਂ ਜਿਹੜਾ ਭਾਰਤ ਆ, ਭਾਰਤ ਦੀ ਮੁਦਰਾ ਕੀ ਆ, ਰੁਪਈਸ ਆ, ਰੁਪੀਸ ਹੈ ਨਾ, ਰੁਪੀਸ ਆ ਜਿਹੜਾ। ਆਰਥਿਕ ਕਿਰਿਆਵਾਂ ਜਾਂ ਇਕਨੋਮਿਕਸ ਐਕਟੀਵਿਟੀਜ਼ ਨੇ ਜਿਹੜੀਆਂ, ਉਹ ਉਹਨਾਂ ਤੋਂ ਕੀ ਭਾਵ ਆ। ਇਕਨੋਮਿਕ ਐਕਟੀਵਿਟੀਜ਼ ਜਾਂ ਆਰਥਿਕ ਕਿਰਿਆਵਾਂ ਨੇ ਜਿਹੜੀਆਂ, ਉਹ ਕੀ ਹੁੰਦੀਆਂ ਨੇ, ਦੇਖਦੇ ਹਾਂ। ਆਰਥਿਕ ਕਿਰਿਆਵਾਂ ਉਹ ਕਿਰਿਆਵਾਂ ਹਨ ਜੋ ਧਨ ਕਮਾਉਣ ਦੇ ਉਦੇਸ਼ ਲਈ ਕੀਤੀਆਂ ਜਾਂਦੀਆਂ ਹਨ। ਦੇਖੋ ਆਰਥਿਕ ਕਿਰਿਆਵਾਂ ਕਿਹੜੀਆਂ ਹੁੰਦੀਆਂ, ਇਹ ਉਹ ਕਿਰਿਆਵਾਂ ਜਾਂ ਉਹ ਕੰਮ ਹੁੰਦੇ ਆ ਜਿਹੜੇ ਆਪਾਂ ਪੈਸਾ ਕਮਾਉਣ ਦੇ ਲਈ ਕਰਦੇ ਹਾਂ। ਜਿਵੇਂ ਮੈਂ ਤੁਹਾਨੂੰ ਪੜ੍ਹਾ ਰਹੀ ਹਾਂ, ਠੀਕ ਆ, ਜਾਂ ਅਧਿਆਪਕ, ਮੈਂ ਕਿਤੇ ਹੋਰ ਪੜ੍ਹਾ ਰਹੀ ਹਾਂ, ਤੁਹਾਨੂੰ ਤਾਂ ਚਲੋ ਯੂਟਿਊਬ 'ਤੇ ਪੜ੍ਹਾ ਰਹੀ ਹਾਂ। ਅਧਿਆਪਕ ਦੁਆਰਾ ਪੜ੍ਹਾਉਣਾ ਵਾ ਜਿਹੜਾ, ਪੜ੍ਹਾਉਣ ਦੇ ਬਦਲੇ ਉਹਨੂੰ ਕੀ ਆ, ਧਨ ਮਿਲਦਾ ਵਾ, ਤਨਖਾਹ ਮਿਲਦੀ ਹੈ। ਠੀਕ ਹੈ, ਡਾਕਟਰ ਆ, ਉਹ ਮਰੀਜ਼ਾਂ ਦਾ ਇਲਾਜ ਕਰਦਾ, ਉਹਦੇ ਬਦਲੇ ਕੀ ਆ, ਉਹਨੂੰ ਤਨਖਾਹ ਮਿਲਦੀ ਆ, ਜਾਂ ਉਹ ਤੋਂ ਪੈਸੇ ਲੈਂਦਾ ਵਾ। ਇਸ ਲਈ ਪੈਸੇ ਕਮਾਉਣ ਦੇ ਲਈ ਜਿਹੜਾ ਵੀ ਕੋਈ ਵਿਅਕਤੀ ਕੰਮ ਕਰਦਾ ਉਹਨੂੰ ਆਰਥਿਕ ਕਿਰਿਆਵਾਂ ਕਹਿ ਦਿੰਦੇ ਆ। ਇਕਨੋਮਿਕਸ ਦੇ ਵਿੱਚ ਆਪਾਂ ਉਹਦੀ ਡੈਫੀਨੇਸ਼ਨ ਕੀ ਲਿਖਾਂਗੇ,
ਕਿ ਆਰਥਿਕ ਕਿਰਿਆਵਾਂ ਉਹ ਕਿਰਿਆਵਾਂ ਹਨ ਜੋ ਧਨ ਕਮਾਉਣ ਦੇ ਉਦੇਸ਼ ਲਈ ਕੀਤੀਆਂ ਜਾਂਦੀਆਂ ਹਨ। ਅੱਗੇ ਹੈ, ਇਹਦੇ ਨਾਲ ਹੀ ਹੁਣ ਇਹਦੇ ਆਪੋਜ਼ਿਟ ਆ ਗਿਆ ਕਿ ਅਣ ਆਰਥਿਕ ਜਾਂ ਨੋਨ ਇਕਨੋਮਿਕ ਐਕਟੀਵਿਟੀਜ਼ ਜਾਂ ਕਿਰਿਆਵਾਂ ਜਿਹੜੀਆਂ ਨੇ ਕੀ ਹੁੰਦੀਆਂ ਨੇ। ਇਹਨਾਂ ਨੂੰ ਦੇਖਦੇ ਹਾਂ। ਉਹ ਕਿਰਿਆਵਾਂ ਹਨ ਜਿਹੜੀਆਂ ਧਨ ਕਮਾਉਣ ਦੇ ਉਦੇਸ਼ ਨਾਲ ਨਹੀਂ ਕੀਤੀਆਂ ਜਾਂਦੀਆਂ। ਦੇਖੋ ਇਹਨਾਂ ਕਿਰਿਆਵਾਂ ਨੂੰ ਜਾਂ ਇਹਨਾਂ ਐਕਟੀਵਿਟੀਜ਼ ਨੂੰ ਕਰਨ ਦੇ ਲਈ ਕੀ ਆ, ਕਿਸੇ ਬੰਦੇ ਨੂੰ ਕੋਈ ਪੈਸੇ ਨਹੀਂ ਮਿਲਦੇ। ਜਿਵੇਂ ਦੇਸ਼ ਭਗਤੀ ਦੀ ਠੀਕ ਆ ਭਾਵਨਾ ਨਾਲ ਕੋਈ ਆਪਣੇ ਦੇਸ਼ ਲਈ ਕੰਮ ਕਰ ਰਿਹਾ ਵਾ, ਇਟ ਮੀਨਸ ਉਹਦਾ ਮੋਟਿਵ ਇਹ ਨਹੀਂ ਹੈਗਾ ਕਿ ਮੈਂ ਇਹ ਤੋਂ ਪੈਸੇ ਕਮਾਉਣੇ ਆ। ਫਿਰ ਪਰਿਵਾਰ ਕਲਿਆਣ ਦੀਆਂ ਜਿਹੜੀਆਂ ਯੋਜਨਾਵਾਂ ਨੇ ਜਾਂ ਜਿਹੜੇ ਸਮਾਜ ਸੇਵਕ ਸਮਾਜ ਸੇਵਾ ਕਰਦੇ ਆ, ਇਹ ਸਾਰੇ ਕੰਮ ਨੇ ਇਹ ਕਾਹਦੇ ਵਿੱਚ ਆਉਂਦੇ ਆ, ਨੋਨ ਇਕਨੋਮਿਕ ਐਕਟੀਵਿਟੀਜ਼ ਦੇ ਵਿੱਚ ਆਉਂਦੇ ਆ। ਠੀਕ ਆ, ਜਿਹੜੇ ਕੰਮ ਕਰਨ ਦੇ ਬਦਲੇ ਉਹਨਾਂ ਨੂੰ ਕੋਈ ਪੈਸਾ ਨਹੀਂ ਮਿਲਦਾ। ਇੱਕ ਵਾਰ ਫਿਰ ਇਹਦੀ ਆਪਾਂ ਆਰਥਿਕ ਮਤਲਬ ਇਕਨੋਮਿਕਸ ਦੇ ਅਕੋਰਡਿੰਗ ਇਹਦੀ ਡੈਫੀਨੇਸ਼ਨ ਦੇਖ ਲੈਂਦੇ ਹਾਂ। ਉਹ ਕਿਰਿਆਵਾਂ ਹਨ ਜਿਹੜੀਆਂ ਧਨ ਕਮਾਉਣ ਦੇ ਉਦੇਸ਼ ਨਾਲ ਨਹੀਂ ਕੀਤੀਆਂ ਜਾਂਦੀਆਂ। ਠੀਕ ਹੈ, ਉਹਨਾਂ ਨੂੰ ਕੀ ਕਹਿੰਦੇ ਆ, ਆਰਥਿਕ ਕਿਰਿਆਵਾਂ ਜਾਂ ਨੋਨ ਇਕਨੋਮਿਕ ਐਕਟੀਵਿਟੀਜ਼। ਨੈਕਸਟ ਹੈ ਉਤਪਾਦਨ। ਉਤਪਾਦਨ ਪ੍ਰੋਡਕਸ਼ਨ ਕੀ ਹੈ। ਦੇਖੋ ਹੁਣ ਇਹ ਦੇਖਦੇ ਹਾਂ। ਉਹ ਆਰਥਿਕ ਕਿਰਿਆ ਹੈ ਜਿਸ ਰਾਹੀਂ ਵਸਤਾਂ ਅਤੇ ਸੇਵਾਵਾਂ ਦੀ ਉਪਯੋਗਤਾ ਜਾਂ ਮੁੱਲ ਵਿੱਚ ਵਾਧਾ ਕੀਤਾ ਜਾਂਦਾ ਹੈ। ਦੇਖੋ ਕਹਿੰਦੇ ਕੀ ਆ ਕਿ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਦੀ ਐਕਟੀਵਿਟੀ ਆ, ਠੀਕ ਹੈ, ਜਿਹਦੇ ਨਾਲ ਕੀ ਆ ਕਿ ਵਸਤਾਂ ਜਿਹੜੀਆਂ ਮਟੀਰੀਅਲ ਥਿੰਗਸ ਨੇ ਜਾਂ ਜਿਹੜੀਆਂ ਸੇਵਾਵਾਂ ਨੇ, ਠੀਕ ਆ, ਉਹਨਾਂ ਦੀ ਉਪਯੋਗਤਾ ਵਾ ਜਿਹੜੀ ਜਾਂ ਉਹਦੇ ਮੁੱਲ ਵਿੱਚ ਕੀ ਆ, ਵਾਧਾ ਕੀਤਾ ਜਾਂਦਾ ਵਾ। ਇਹ ਹੋਈ ਆ ਇਸ ਪ੍ਰਕਿਰਿਆ ਦੀ ਜਿਹੜੀ ਮਤਲਬ ਕਿਰਿਆ ਦਿੱਤੀ ਹੋਈ ਕਿ ਉਤਪਾਦਨ ਆ, ਇਹ ਇੱਕ ਕਾਫੀ ਲੰਬੀ ਚੌੜੀ ਪ੍ਰਕਿਰਿਆ ਵਾ। ਦੇਖੋ ਆਪਾਂ ਫੋਰ ਐਗਜ਼ਾਮਪਲ ਦੇਖਦੇ ਹਾਂ ਕਿ ਇੱਕ ਤਰਖਾਣ ਆ, ਠੀਕ ਆ, ਉਹ ਲੱਕੜੀ ਤੋਂ ਕੀ ਆ ਕਿ ਮੇਜ਼ ਬਣਾ ਰਿਹਾ, ਠੀਕ ਹੈ, ਕੁਰਸੀਆਂ ਬਣਾ ਰਿਹਾ ਵਾ, ਸੋਫਾ ਸੈੱਟ ਬਣਾਉਂਦਾ ਵਾ। ਘੁਮਿਆਰ ਆ, ਉਹ ਮਿੱਟੀ ਤੋਂ ਭਾਂਡੇ ਬਣਾਉਂਦਾ ਵਾ, ਠੀਕ ਆ। ਲੋਹਾਰ ਆ, ਲੋਹੇ ਦੇ ਔਜ਼ਾਰ ਬਣਾਉਂਦਾ ਵਾ। ਹਲਵਾਈ ਆ, ਕਹਿੰਦੇ ਉਹ ਦੁੱਧ ਤੋਂ, ਮੈਦੇ ਦੇ, ਬੇਸਣ ਤੋਂ ਕਈ ਪ੍ਰਕਾਰ ਦੀਆਂ ਕੀ ਆ ਮਠਿਆਈਆਂ ਤਿਆਰ ਕਰਦਾ ਵਾ। ਇਹ ਸਾਰੇ ਕੀ ਨੇ, ਉਤਪਾਦਨ ਕਰਦਾ ਨਾ ਉਹ। ਪਰ ਹੁਣ ਉਤਪਾਦਨ ਦੀ ਜਦੋਂ ਉਹ ਕਿਰਿਆਵਾਂ ਕਰਦਾ ਵਾ ਤਾਂ ਉਹਦੇ ਵਿੱਚ ਜਿਹੜਾ ਸਮਾਨ ਯੂਜ਼ ਹੁੰਦਾ, ਉਹ ਦੇਖੋ ਉਹ ਲੱਕੜ ਯੂਜ਼ ਕਰਦਾ ਵਾ, ਘੁਮਿਆਰ ਮਿੱਟੀ ਯੂਜ਼ ਕਰਦਾ ਵਾ, ਠੀਕ ਹੈ। ਜਿਹੜਾ ਲੋਹਾਰ ਆ ਉਹ ਲੋਹਾ ਯੂਜ਼ ਕਰਦਾ, ਹਲਵਾਈ ਆ ਜਿਹੜਾ ਦੁੱਧ, ਮੈਦਾ ਅਤੇ ਬੇਸਣ ਇਹ ਵਸਤੂਆਂ ਯੂਜ਼ ਕਰਦਾ ਵਾ। ਇਟ ਮੀਨਸ ਕੀ ਆ ਕਿ ਇਹਨਾਂ ਵਸਤੂਆਂ ਦੀ ਜਿਹੜੀ ਉਪਯੋਗਤਾ ਵਾ ਅਤੇ ਕੀਮਤਾਂ ਵਿੱਚ ਜਿਹੜਾ ਵਾ ਵਾਧਾ ਹੋਇਆ ਵਾ। ਇਹ ਸਾਰੀ ਕਿਰਿਆ ਨੂੰ ਕੀ ਆ, ਉਤਪਾਦਨ ਕਹਿ ਦਿੰਦੇ ਆ। ਇੱਕ ਵਾਰ ਫਿਰ ਇਹਦੀ ਡੈਫੀਨੇਸ਼ਨ ਆਪਾਂ ਚੈੱਕ ਕਰ ਲੈਂਦੇ ਹਾਂ। ਉਹ ਆਰਥਿਕ ਕਿਰਿਆ ਹੈ ਜਿਸ ਰਾਹੀਂ ਵਸਤਾਂ ਅਤੇ ਸੇਵਾਵਾਂ ਦੀ ਉਪਯੋਗਤਾ ਜਾਂ ਮੁੱਲ ਵਿੱਚ ਵਾਧਾ ਕੀਤਾ ਜਾਂਦਾ ਹੈ। ਠੀਕ ਆ, ਮਤਲਬ ਪਹਿਲਾਂ ਕੋਈ ਇੱਕ ਵਸਤੂ ਲੈਂਦੇ ਆ ਤਾਂ ਹੋਰ ਵਸਤਾਂ ਤਿਆਰ ਕਰਦੇ ਆ ਅਤੇ ਫਿਰ ਉਹਨਾਂ ਨੂੰ ਹੋਰ ਮੁੱਲ ਦੇ ਵਿੱਚ ਜਿਹੜਾ ਹੈਗਾ ਵੇਚਦੇ ਆ। ਇਸ ਤਰ੍ਹਾਂ ਕਹਿੰਦੇ ਆ ਵੀ ਉਹਦੀ ਉਪਯੋਗਤਾ ਵੀ ਅਤੇ ਉਹਦੇ ਮੁੱਲ ਵਿੱਚ ਵੀ ਵਾਧਾ ਹੁੰਦਾ ਵਾ। ਅੱਗੇ ਹੈ ਉਤਪਾਦਨ ਜਾਂ ਪ੍ਰੋਡਕਸ਼ਨ ਦੇ ਸਾਧਨ ਕਿਹੜੇ ਹਨ। ਹਾਂਜੀ, ਉਤਪਾਦਨ ਜਾਂ ਪ੍ਰੋਡਕਸ਼ਨ ਦੇ 4 ਸਾਧਨ ਨੇ। ਕਿਹੜੇ ਕਿਹੜੇ? ਭੂਮੀ, ਪੂੰਜੀ, ਮਿਹਨਤ, ਉਦਮੀ। ਇਹ ਜਿਹੜੇ ਨੇ 4 ਸਾਧਨ ਨੇ ਉਤਪਾਦਨ ਦੇ। ਅੱਗੇ ਆਪਾਂ ਨੂੰ ਦਿੱਤਾ ਹੋਇਆ ਕਿ ਬਹੁ ਫਸਲੀ ਪ੍ਰਣਾਲੀ ਕੀ ਹੁੰਦੀ ਆ। ਜਿਹੜੀ ਬਹੁ ਫਸਲੀ ਪ੍ਰਣਾਲੀ ਆ ਜਾਂ ਮਲਟੀ ਕ੍ਰੋਪ ਸਿਸਟਮ ਆ ਜਿਹੜਾ, ਉਹ ਕੀ ਆ ਕਿ ਭੂਮੀ ਦੇ ਇੱਕ ਟੁਕੜੇ 'ਤੇ ਇੱਕ ਸਾਲ ਵਿੱਚ ਇੱਕ ਵਾਰੀ ਇੱਕ ਤੋਂ ਜ਼ਿਆਦਾ ਜਿਹੜੀਆਂ ਫਸਲਾਂ ਉਗਾਉਣੀਆਂ ਨੇ, ਉਹ ਕੀ ਆ, ਬਹੁ ਫਸਲੀ ਪ੍ਰਣਾਲੀ ਹੁੰਦੀ ਆ। ਦੇਖੋ ਮੰਨ ਲਓ ਇੱਕ ਖੇਤ ਆ, ਠੀਕ ਆ, ਉਹਦੇ ਵਿੱਚ ਇੱਕ ਸਾਲ ਦੇ ਵਿੱਚ ਇੱਕ ਵਾਰੀ ਵਿੱਚ ਮਤਲਬ ਇੱਕ ਤੋਂ ਜ਼ਿਆਦਾ ਫਸਲਾਂ ਉਗਾਈਆਂ ਨੇ, ਉਹਨੂੰ ਕੀ ਕਹਿ ਦਿੰਦੇ ਆ, ਮਲਟੀ ਕ੍ਰੋਪ ਸਿਸਟਮ। ਅੱਗੇ ਹੈ ਮੰਗ ਜਾਂ ਡਿਮਾਂਡ ਤੋਂ ਕੀ ਭਾਵ ਹੈ। ਮੰਗ ਇੱਕ ਵਸਤੂ ਦੀ ਉਸ ਮਾਤਰਾ ਨੂੰ ਦਰਸਾਉਂਦੀ ਹੈ ਜਿਸ ਨੂੰ ਉਪਯੋਗੀ ਆ, ਜਿਹੜਾ ਉਪਯੋਗ ਕਰਨ ਵਾਲਾ ਵਾ, ਇੱਕ ਨਿਸ਼ਚਿਤ ਸਮੇਂ 'ਤੇ ਹਰ ਸੰਭਵ ਕੀਮਤ 'ਤੇ ਖਰੀਦਣ ਦੇ ਯੋਗ ਅਤੇ ਇੱਛੁਕ ਹੁੰਦਾ ਵਾ। ਦੇਖੋ ਜਿਵੇਂ ਆਪਾਂ ਉਦਾਹਰਨ ਦੇ ਤੌਰ 'ਤੇ ਕਹੀਏ ਕਿ ਜਿਵੇਂ ਇੱਕ ਵਿਅਕਤੀ ਆ, ਜਦੋਂ ਇੱਕ ਵਿਅਕਤੀ ਆ 1 ਰੁਪਏ ਪ੍ਰਤੀ ਚਾਕਲੇਟ ਦੀ ਕੀਮਤ ਦੇ ਹਿਸਾਬ ਨਾਲ 5 ਚਾਕਲੇਟ ਖਰੀਦਣ ਲਈ ਤਿਆਰ ਹੁੰਦਾ ਵਾ, ਠੀਕ ਆ, ਤਾਂ ਮੰਗ ਕਿੰਨੇ ਚਾਕਲੇਟਸ ਦੀ ਆ, 5 ਚਾਕਲੇਟਸ ਦੀ ਡਿਮਾਂਡ ਆ ਉਹਦੀ। ਫਿਰ ਜਦੋਂ ਵਿਅਕਤੀ 2 ਰੁਪਏ ਪ੍ਰਤੀ ਚਾਕਲੇਟ ਦੇ ਹਿਸਾਬ ਨਾਲ 3 ਚਾਕਲੇਟ ਖਰੀਦਦਾ ਵਾ, ਤਾਂ ਉੱਥੇ ਮੰਗ ਕਿੰਨੇ ਚਾਕਲੇਟਸ ਦੀ ਆ, 3 ਚਾਕਲੇਟਸ ਦੀ ਆ। ਦੇਖੋ ਹੁਣ ਪਹਿਲਾਂ ਕੀ ਸੀਗਾ ਕਿ ਡਿਮਾਂਡ ਜਿਹੜੀ ਸੀ ਜ਼ਿਆਦਾ ਸੀ ਅਤੇ ਕੀਮਤ ਜਿਹੜੀ ਸੀ ਚਾਕਲੇਟ ਦੀ ਘੱਟ ਸੀਗੀ। ਮਤਲਬ ਕਿ ਜੇ ਕਿਸੇ ਇੱਕ ਚਾਕਲੇਟ ਦਾ ਰੇਟ ਆ ਜਿਹੜਾ 1 ਰੁਪਏ ਸੀ, ਤਾਂ ਉਹਨੂੰ 5 ਰੁਪਏ ਦੀਆਂ 5 ਚਾਕਲੇਟਸ ਮਿਲਦੀਆਂ ਸੀਗੀਆਂ। ਹੁਣ ਇੱਥੇ ਕੀ ਹੋ ਗਿਆ ਕਿ ਚਾਕਲੇਟ ਉਹਨੂੰ 2 ਰੁਪਏ ਦੇ ਹਿਸਾਬ ਨਾਲ, ਇੱਕ ਚਾਕਲੇਟ ਦਾ ਰੇਟ ਇੱਥੇ 2 ਰੁਪਏ ਹੋ ਗਿਆ, ਤਾਂ ਕਰਕੇ ਉਹਨੂੰ 3 ਮਿਲੀਆਂ ਨੇ, ਕਿੰਨੇ 'ਚ, 6 ਰੁਪਏ ਵਿੱਚ। ਦੇਖੋ ਇੱਥੇ ਮੰਗ ਘੱਟ ਗਈ ਆ, ਡਿਮਾਂਡ ਘੱਟ ਗਈ ਆ, ਐਂਡ ਜਿਹੜੀ ਕੀਮਤ ਆ ਉਹ ਵੱਧ ਗਈ ਆ। ਇਹਦੇ ਵਿੱਚ ਇੱਦਾਂ ਹੀ ਹੁੰਦਾ ਕਿ ਜਦੋਂ ਵਸਤੂਆਂ ਦੀ ਕੀਮਤ ਜ਼ਿਆਦਾ ਹੁੰਦੀ ਆ ਤਾਂ ਉਹਦੀ ਜਿਹੜੀ ਡਿਮਾਂਡ ਆ, ਜਿਹੜੀ ਮੰਗ ਆ, ਉਹ ਘੱਟ ਜਾਂਦੀ ਆ,
ਠੀਕ ਹੈ। ਅਤੇ ਜਦੋਂ ਕੀਮਤ ਘੱਟ ਹੁੰਦੀ ਹੈ ਤਾਂ ਜਿਹੜੀ ਡਿਮਾਂਡ ਆ ਉਹ ਜ਼ਿਆਦਾ ਹੁੰਦੀ ਆ। ਇਹ ਵੀ ਚੀਜ਼ ਯਾਦ ਰੱਖਣੀ ਆ। ਇੱਕ ਵਾਰ ਫਿਰ ਆਪਾਂ ਇਕਨੋਮਿਕਲੀ ਇਹਦੀ ਡੈਫੀਨੇਸ਼ਨ ਦੇਖ ਲੈਂਦੇ ਹਾਂ। ਮੰਗ ਕਹਿੰਦਾ ਕਿਸੇ ਇੱਕ ਵਸਤੂ ਦੀ ਉਸ ਮਾਤਰਾ ਨੂੰ ਦਰਸਾਉਂਦੀ ਹੈ ਜਿਸ ਨੂੰ ਉਪਯੋਗੀ ਇੱਕ ਨਿਸ਼ਚਿਤ ਸਮੇਂ 'ਤੇ ਹਰ ਸੰਭਵ ਕੀਮਤ 'ਤੇ ਖਰੀਦਣ ਦੇ ਯੋਗ ਅਤੇ ਇੱਛੁਕ ਹੁੰਦਾ ਹੈ। ਅੱਗੇ ਹੈ ਪੂਰਤੀ ਜਾਂ ਸਪਲਾਈ। ਠੀਕ ਆ, ਉਹ ਤੋਂ ਕੀ ਭਾਵ ਆ ਤੁਹਾਡਾ? ਪੂਰਤੀ ਤੋਂ ਭਾਵ ਹੈ ਵਸਤੂ ਦੀ ਉਹ ਮਾਤਰਾ ਹੈ ਜਿਹੜੀ ਇੱਕ ਵਿਕਰੇਤਾ ਇੱਕ ਨਿਸ਼ਚਿਤ ਸਮੇਂ 'ਤੇ ਨਿਸ਼ਚਿਤ ਕੀਮਤ 'ਤੇ ਵੇਚਣ ਲਈ ਜਿਹੜਾ ਹੈਗਾ ਤਿਆਰ ਹੈ। ਦੇਖੋ ਇਹਨੂੰ ਨਾ ਆਪਾਂ ਇੱਕ ਉਦਾਹਰਨ ਦੇ ਮਾਧਿਅਮ ਨਾਲ ਸਮਝਦੇ ਹਾਂ। ਠੀਕ ਆ, ਕਿ ਇੱਕ ਵਿਕਰੇਤਾ ਵਾ, ਠੀਕ ਆ, ਪੈਨਸਲ ਵੇਚਣ ਵਾਲਾ ਵਿਕਰੇਤਾ ਵਾ। ਪਹਿਲਾਂ ਤਾਂ ਮਤਲਬ ਉਹ ਪੈਨਸਲ ਵੇਚਦਾ, ਉਹਦੇ ਕੋਲ 50 ਪੈਨਸਲਸ ਨੇ। ਠੀਕ ਆ, ਪੈਨਸਲ ਦਾ ਰੇਟ ਹੈਗਾ 5 ਰੁਪਏ। ਇੱਕ ਪੈਨਸਲ ਦਾ ਰੇਟ 5 ਰੁਪਏ ਆ। ਤਾਂ ਜਿਹੜਾ ਵਿਕਰੇਤਾ ਵਾ ਉਹ ਆਪਣੀ ਕੋਈ ਵੀ ਪੈਨਸਲ ਵੇਚਣਾ ਨਹੀਂ ਚਾਹੁੰਦਾ ਕਿਉਂਕਿ ਰੇਟ ਬਹੁਤ ਘੱਟ ਆ, ਕੀਮਤ ਘੱਟ ਆ। ਪਰ ਜਦੋਂ ਹੀ ਕੀਮਤ ਵੱਧ ਜਾਂਦੀ ਹੈ ਕਿ ਪੈਨਸਲ ਦਾ ਰੇਟ 10 ਰੁਪਏ ਹੋ ਜਾਂਦਾ, ਠੀਕ ਆ, ਤਾਂ ਉਹ ਆਪਣੀਆਂ 10 ਜਿਹੜੀਆਂ ਪੈਨਸਲ ਨੇ ਉਹਨਾਂ ਨੂੰ ਵੇਚਣ ਲਈ ਤਿਆਰ ਹੋ ਜਾਂਦਾ। ਇੱਥੇ ਉਹਦੀ ਪੂਰਤੀ ਕੀ ਆ? 10 ਪੈਨਸਲਾਂ। ਫਿਰ ਪੈਨਸਲਾਂ ਦੀ ਕੀਮਤ ਹੋਰ ਵੱਧ ਜਾਂਦੀ ਹੈ, 20 ਰੁਪਏ ਹੋ ਜਾਂਦੀ ਹੈ। ਠੀਕ ਆ, ਤਾਂ ਉਹ ਕਿੰਨੀਆਂ ਜਿਹੜੀਆਂ ਹੈਗੀਆਂ ਪੈਨਸਲਾਂ ਵੇਚਣ ਲਈ ਤਿਆਰ ਹੋ ਗਿਆ? 30 ਪੈਨਸਲਾਂ ਵੇਚਣ ਲਈ ਤਿਆਰ ਹੋ ਗਿਆ 20 ਰੁਪਏ ਦੀਆਂ, ਹੈ ਨਾ। 20 ਰੁਪਏ ਦੀ ਇੱਕ ਪੈਨਸਲ ਦੇ ਹਿਸਾਬ ਨਾਲ ਉਹ 30 ਪੈਨਸਲਾਂ ਵੇਚਦਾ। ਤਾਂ ਇੱਥੇ ਪੈਨਸਲ ਦੀ ਜਿਹੜੀ ਪੂਰਤੀ ਆ ਉਹ ਕਿੰਨੀ ਆ? ਉਹਦੀ 30 ਪੈਨਸਲਾਂ ਨੇ ਉਹਦੀ ਪੂਰਤੀ। ਠੀਕ ਹੈ, ਇਹਦਾ ਮਤਲਬ ਇਹ ਆ ਕਿ ਜਦੋਂ ਵਸਤੂਆਂ ਦੀ ਕੀਮਤ ਜ਼ਿਆਦਾ ਹੁੰਦੀ ਆ ਤਾਂ ਜਿਹੜਾ ਵੇਚਣ ਵਾਲਾ ਹੁੰਦਾ ਵਾ ਉਹ ਜ਼ਿਆਦਾ ਵਸਤੂਆਂ ਬਾਜ਼ਾਰ ਵਿੱਚ ਵੇਚਣ ਲਈ ਲਿਆਉਂਦਾ ਵਾ। ਜਿਵੇਂ ਵਸਤੂਆਂ ਦੀ ਕੀਮਤ ਘੱਟ ਜਾਂਦੀ ਹੈ ਤਾਂ ਜਿਹੜਾ ਵਿਕਰੇਤਾ ਹੁੰਦਾ ਵਾ, ਠੀਕ ਆ, ਵਸਤੂਆਂ ਵੇਚਣ ਵਾਲਾ ਹੁੰਦਾ ਵਾ, ਉਹ ਕੀ ਆ? ਘੱਟ ਚੀਜ਼ਾਂ ਦੀ ਪੂਰਤੀ ਕਰਦਾ ਵਾ, ਘੱਟ ਚੀਜ਼ਾਂ ਲੈ ਕੇ ਆਉਂਦਾ ਵੇਚਣ ਦੇ ਲਈ। ਅੱਗੇ ਹੈ ਬਾਜ਼ਾਰ ਜਾਂ ਮੰਡੀ, ਜਾਂ ਜਿਹਨੂੰ ਆਪਾਂ ਇੰਗਲਿਸ਼ ਮਾਰਕੀਟ ਕਹਿੰਦੇ ਹਾਂ, ਤੋਂ ਕੀ ਭਾਵ ਹੈ? ਅਰਥ ਸ਼ਾਸਤਰ ਦੇ ਵਿੱਚ ਦੇਖਣਾ ਆਪਾਂ ਇਹਨੂੰ। ਇੱਕ ਅਜਿਹਾ ਪ੍ਰਬੰਧ ਜਿੱਥੇ ਕਿਸੇ ਵਸਤੂਆਂ ਦੇ ਖਰੀਦਦਾਰ ਅਤੇ ਵਿਕਰੇਤਾ ਆਪਸ ਵਿੱਚ ਸੰਪਰਕ ਕਰਕੇ ਵਸਤਾਂ ਨੂੰ ਵੇਚਦੇ ਅਤੇ ਖਰੀਦਦੇ ਹਨ। ਕਹਿੰਦੇ ਦੇਖੋ, ਇੱਕ ਅਜਿਹਾ ਪ੍ਰਬੰਧ ਜਿੱਥੇ ਕੀ ਹੈ ਕਿ ਵਸਤੂਆਂ ਦੇ ਖਰੀਦਦਾਰ ਜਿਹੜੇ ਉਹਨੂੰ ਖਰੀਦਣ ਵਾਲੇ ਆ, ਵਿਕਰੇਤਾ ਜਿਹੜੇ ਉਹਨਾਂ ਨੂੰ ਵੇਚਣ ਵਾਲੇ ਆ, ਆਪਸ ਵਿੱਚ ਕੀ ਆ ਕਿ ਉਹਨਾਂ ਵਿੱਚ ਇੱਕ ਕਨੈਕਸ਼ਨ ਬਣਦਾ, ਸੰਪਰਕ ਬਣਦਾ। ਠੀਕ ਆ, ਅਤੇ ਉੱਥੇ ਉਹ ਚੀਜ਼ਾਂ ਨੂੰ ਵੇਚਦੇ ਵੀ ਆ ਅਤੇ ਖਰੀਦਦੇ ਵੀ। ਉਹਨੂੰ ਕੀ ਕਹਿੰਦੇ ਆ? ਉਸ ਜਗ੍ਹਾ ਨੂੰ ਬਾਜ਼ਾਰ ਜਾਂ ਮੰਡੀ ਕਿਹਾ ਜਾਂਦਾ ਵਾ। ਅੱਗੇ ਇਹ ਹੁਣ ਲਾਗਤ ਜਾਂ ਕੋਸਟ ਤੋਂ ਕੀ ਭਾਵ ਹੈ? ਵਸਤੂ ਦੇ ਉਤਪਾਦਨ ਤੋਂ ਲੈ ਕੇ ਵਿਕਰੀ ਕਰਨ ਤੱਕ ਮੁਦਰਾ ਦੇ ਰੂਪ ਵਿੱਚ ਜੋ ਰਾਸ਼ੀ ਜਿਹੜੀ ਖਰਚ ਕੀਤੀ ਜਾਂਦੀ ਹੈ ਉਸਨੂੰ ਕੀ ਕਿਹਾ ਜਾਂਦਾ? ਲਾਗਤ ਕਿਹਾ ਜਾਂਦਾ ਵਾ। ਦੇਖੋ ਜਿਵੇਂ ਆਪਾਂ ਕਹਿ ਦਈਏ ਕਿ ਕੋਈ ਮਤਲਬ ਵਿਅਕਤੀ ਆ, ਠੀਕ ਆ, ਉਹਨੇ ਕੋਈ ਚੀਜ਼ ਜਦੋਂ ਤੋਂ ਬਣਾਉਣੀ ਸ਼ੁਰੂ ਕੀਤੀ ਆ ਵੇਚਣ ਦੇ ਲਈ, ਉਦੋਂ ਤੋਂ ਲੈ ਕੇ ਉਹਨੂੰ ਮੰਡੀ ਤੱਕ ਵੇਚਣ ਲਈ ਲਿਜਾਣ ਤੱਕ ਜਿਹੜਾ ਵੀ ਉਹਦਾ ਖਰਚਾ ਆ ਉਹ ਉਹਦੀ ਲਾਗਤ ਰਕਮ ਆ। ਉਦਾਹਰਨ ਦੇ ਤੌਰ 'ਤੇ ਕਹਿ ਦਈਏ ਆਪਾਂ ਉਤਪਾਦਕ ਨੂੰ ਵਸਤੂਆਂ ਦੇ ਉਤਪਾਦਨ ਤੋਂ ਲੈ ਕੇ ਅਤੇ ਉਹਨਾਂ ਨੂੰ ਬਾਜ਼ਾਰ ਵਿੱਚ ਵੇਚਣ ਤੱਕ ਬਹੁਤ ਸਾਰੇ ਖਰਚੇ, ਜਿਵੇਂ ਆਪਾਂ ਕਹਿ ਦਈਏ ਵੀ ਕੋਈ ਚੀਜ਼ ਤਿਆਰ ਕਰਨੀ, ਠੀਕ ਆ, ਪਹਿਲਾਂ ਉਹਦੇ ਲਈ ਉਹ ਕੱਚਾ ਮਾਲ ਖਰੀਦੂਗਾ, ਫਿਰ ਮਜ਼ਦੂਰ ਉਹਨੂੰ ਬਣਾਉਣਗੇ, ਮਜ਼ਦੂਰਾਂ ਨੂੰ ਮਜ਼ਦੂਰੀ ਦੇਣੀ ਪਊਗੀ, ਫਿਰ ਜਿੱਥੇ ਉਦਯੋਗਾਂ ਵਿੱਚ ਉਹ ਬਣੂਗੀ ਉੱਥੇ ਬਿਜਲੀ ਦਾ ਖਰਚਾ ਵੀ ਆਊਗਾ। ਠੀਕ ਆ, ਇਹ ਸਾਰੀ ਕੀ ਆ? ਲਾਗਤ ਦੇ ਰੂਪ ਵਿੱਚ ਜਿਹੜੇ ਪੈਸੇ ਉਹਨੂੰ ਖਰਚ ਕਰਨੇ ਪੈਂਦੇ, ਇਹਨੂੰ ਕੀ ਕਹਿ ਦਿੰਦੇ ਆ? ਲਾਗਤ। ਇੱਕ ਵਾਰ ਫਿਰ ਇਹਦੀ ਡੈਫੀਨੇਸ਼ਨ ਦੇਖਦੇ ਹਾਂ। ਵਸਤੂ ਦੇ ਉਤਪਾਦਨ ਤੋਂ ਲੈ ਕੇ ਵਿਕਰੀ ਕਰਨ ਤੱਕ ਮੁਦਰਾ ਦੇ ਰੂਪ ਵਿੱਚ ਜੋ ਰਾਸ਼ੀ ਜਿਹੜੀ ਹੈਗੀ ਹੈ ਖਰਚ ਕੀਤੀ ਜਾਂਦੀ ਹੈ ਉਸਨੂੰ ਲਾਗਤ ਕਿਹਾ ਜਾਂਦਾ ਹੈ। ਅੱਗੇ ਹੈ ਆਮਦਨ ਜਾਂ ਇਨਕਮ ਤੋਂ ਕੀ ਭਾਵ ਹੈ? ਵਸਤੂਆਂ ਦੀ ਵਿਕਰੀ ਅਤੇ ਸੇਵਾਵਾਂ ਪ੍ਰਦਾਨ ਕਰਨ ਦੇ ਬਦਲੇ ਇੱਕ ਵਿਅਕਤੀ ਨੂੰ ਜੋ ਰਾਸ਼ੀ ਪ੍ਰਾਪਤ ਹੁੰਦੀ ਹੈ ਉਸਨੂੰ ਆਮਦਨ ਕਹਿੰਦੇ ਹਨ। ਦੇਖੋ ਕਹਿੰਦੇ ਕੋਈ ਵੀ ਵਸਤੂ ਆ, ਠੀਕ ਆ, ਉਹਨੂੰ ਕੋਈ ਵੇਚਣ ਵਾਲਾ ਵਾ, ਠੀਕ ਆ, ਉਹ ਵੇਚ ਰਿਹਾ ਵਾ ਉਹਨੂੰ, ਉਹਦੇ ਬਦਲੇ ਉਹਨੂੰ ਕੀ ਆ ਕਿ ਰਾਸ਼ੀ ਮਿਲ ਰਹੀ ਆ। ਫਿਰ ਕੋਈ ਬੰਦਾ ਕੀ ਆਪਣੀ ਸੇਵਾਵਾਂ ਪ੍ਰਦਾਨ ਕਰ ਰਿਹਾ, ਜਿਵੇਂ ਆਪਾਂ ਪਹਿਲਾਂ ਪੜ੍ਹਿਆ ਸੀ ਕਿ ਡਾਕਟਰ ਆ ਜਿਹੜਾ ਦਵਾਈਆਂ ਦੇ ਕੇ ਆਪਣੀ ਸਾਨੂੰ ਮਤਲਬ ਸਾਡਾ ਇਲਾਜ ਕਰਨ ਲਈ ਆਪਣੀ ਸੇਵਾ ਦੇ ਰਿਹਾ ਵਾ, ਆਪਾਂ ਉਹਨੂੰ ਵੀ ਪੈਸੇ ਦਿੰਦੇ ਹਾਂ। ਠੀਕ ਆ, ਅਧਿਆਪਕ ਆਪਾਂ ਨੂੰ ਪੜ੍ਹਾ ਰਿਹਾ ਵਾ, ਫੀਸ ਦੇ ਰੂਪ ਵਿੱਚ ਆਪਾਂ ਉਹਨਾਂ ਨੂੰ ਵੀ ਪੈਸੇ ਦੇ ਰਹੇ ਹਾਂ। ਇਟ ਮੀਨਸ ਕੀ ਆ ਕਿ ਇਹ ਜਿਹੜੀ ਰਾਸ਼ੀ ਆ, ਠੀਕ ਆ, ਜਿਹੜੀ ਉਹਨਾਂ ਨੂੰ ਮਿਲਦੀ ਆ, ਉਹਨਾਂ ਵਿਅਕਤੀਆਂ ਨੂੰ, ਇਹ ਉਹਨਾਂ ਦੀ ਕੀ ਆ? ਆਮਦਨ ਆ। ਇੱਕ ਵਾਰ ਫਿਰ ਇਹਦੀ ਡੈਫੀਨੇਸ਼ਨ ਦੇਖਦੇ ਹਾਂ। ਵਸਤੂਆਂ ਦੀ ਵਿਕਰੀ ਅਤੇ ਸੇਵਾਵਾਂ ਪ੍ਰਦਾਨ ਕਰਨ ਦੇ ਬਦਲੇ ਇੱਕ ਵਿਅਕਤੀ ਨੂੰ ਜੋ ਰਾਸ਼ੀ ਪ੍ਰਾਪਤ ਹੁੰਦੀ ਹੈ ਉਸਨੂੰ ਆਮਦਨ ਕਹਿੰਦੇ ਹਨ। ਅੱਗੇ ਹੈਗਾ ਕਿ ਭੂਮੀ ਜਾਂ ਜਿਹੜਾ ਲੈਂਡ ਆ ਉਹ ਤੋਂ ਕੀ ਭਾਵ ਆ? ਖੇਤੀਯੋਗ ਭੂਮੀ ਖੇਤੀ ਉਤਪਾਦਨ ਦਾ ਮੁੱਖ ਸਾਧਨ ਹੈ ਅਤੇ ਇਹ ਇੱਕ ਕੀ ਆ? ਕੁਦਰਤੀ ਦੇਣ ਆ। ਜਿਹੜੀ ਲੈਂਡ ਆ ਇਹ ਸਾਨੂੰ ਇੱਕ ਤਰ੍ਹਾਂ ਦੀ ਕੁਦਰਤੀ ਦੇਣ ਆ। ਹੁਣ ਅੱਗੇ ਹੈ ਕਿਰਤ ਜਾਂ ਲੇਬਰ ਤੋਂ ਕੀ ਭਾਵ ਆ? ਮਨੁੱਖ ਦੇ ਸਾਰੇ ਉਪਰਾਲਿਆਂ ਸਰੀਰਕ ਅਤੇ ਮਾਨਸਿਕ ਤੋਂ ਹੈ ਜੋ ਕਿ ਧਨ ਪ੍ਰਾਪਤੀ ਲਈ ਕੀਤੇ ਜਾਂਦੇ ਹਨ। ਉਪਰਾਲੇ ਹੋ ਗਿਆ ਕੰਮ, ਠੀਕ ਹੈ। ਕਹਿੰਦੇ ਮਨੁੱਖ ਉਹ ਸਾਰੇ, ਚਾਹੇ ਉਹ ਕੋਈ ਮਨੁੱਖ ਚਾਹੇ ਸਰੀਰਕ ਕੰਮ ਕਰਦਾ ਵਾ,
ठीक है, चाहे कोई पढ़ाउण वाला, ठीक है, वो मानसिक काम करदा वा। इस तरह के ਜਿਹੜੇ भी मतलब कोई भी बंदा ਜਿਹੜਾ ਵੀ ਕੰਮ ਕਰਦਾ ਵਾ ਉਹਦੇ ਬਦਲੇ ਉਹਨੂੰ ਕੀ ਆ, ਧਨ ਦੀ ਪ੍ਰਾਪਤੀ ਹੁੰਦੀ ਆ। ਠੀਕ ਆ, ਅਤੇ ਇਹ ਕੀ ਆ, ਜਿਹੜੇ ਧਨ ਦੀ ਪ੍ਰਾਪਤੀ ਹੁੰਦੀ ਆ ਇਹਨੂੰ ਆਪਾਂ ਕੀ ਕਵਾਂਗੇ, ਉਹ ਲੇਬਰ ਕਰ ਰਿਹਾ, ਠੀਕ ਆ, ਕਿਰਤ ਕਰ ਰਿਹਾ ਆਪਣੀ। ਅੱਗੇ ਹੈ ਪੂੰਜੀ। ਕੈਪੀਟਲ ਤੋਂ ਕੀ ਭਾਵ ਹੈ? ਪੂੰਜੀ ਤੋਂ ਭਾਵ ਵਿਅਕਤੀ ਵੱਲੋਂ ਬਣਾਈਆਂ ਗਈਆਂ ਉਹ ਵਸਤੂਆਂ ਹਨ ਜਿਹੜੀਆਂ ਹੋਰ ਵਸਤੂਆਂ ਦੇ ਉਤਪਾਦਨ ਵਿੱਚ ਪ੍ਰਯੋਗ ਹੁੰਦੀਆਂ ਹਨ। ਦੇਖੋ ਕਹਿੰਦੇ ਕਿਸੇ ਵਿਅਕਤੀ ਦੁਆਰਾ ਬਣਾਈਆਂ ਗਈਆਂ ਉਹ ਵਸਤੂਆਂ ਨੇ ਜਿਹੜੀਆਂ ਕੀ ਆ, ਹੋਰ ਵਸਤੂਆਂ ਦੇ ਉਤਪਾਦਨ ਵਿੱਚ ਉਹਦੀ ਹੈਲਪ ਕਰਦੀਆਂ ਨੇ। ਅੱਗੇ ਇਹਨੂੰ ਆਪਾਂ ਦੇਖਦੇ ਹਾਂ ਐਗਜ਼ਾਮਪਲ ਦੇ ਨਾਲ। ਤੋਂ ਵਿੱਚ ਆਉਣ ਵਾਲੀਆਂ ਉਹ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਕੀ ਆ, ਪੂੰਜੀ ਦੇ ਤੌਰ 'ਤੇ ਖਰੀਦਦੇ, ਮਤਲਬ ਜਿਹੜੀ ਜਗ੍ਹਾ ਤੋਂ ਆਪਾਂ ਨੂੰ, ਠੀਕ ਆ, ਪੂੰਜੀ ਬਣ ਰਹੀ ਆ ਉੱਥੇ ਆਪਾਂ ਇਹਦੀ ਵਰਤੋਂ ਕਰ ਰਹੇ ਹਾਂ। ਜਿਵੇਂ ਆਪਾਂ ਫੋਰ ਐਗਜ਼ਾਮਪਲ ਕਹਿ ਦਈਏ ਕਿ ਜਦੋਂ ਫੈਕਟਰੀ ਦੀ ਇਮਾਰਤ ਆ, ਠੀਕ ਆ, ਇੱਕ ਇਮਾਰਤ ਤਾਂ ਉਹ ਆਪਣਾ ਘਰ ਵਾ ਜਿਹਦੇ ਵਿੱਚ ਆਪਾਂ ਰਹਿ ਰਹੇ ਹਾਂ, ਦੂਜੀ ਇੱਕ ਫੈਕਟਰੀ ਦੀ ਇਮਾਰਤ ਆ ਨਾ, ਉੱਥੇ ਵਸਤੂਆਂ ਦੇ ਉਤਪਾਦਨ ਲਈ ਵਰਤੀ ਜਾਂਦੀ ਆ ਉਹ, ਤਾਂ ਉਹ ਫੈਕਟਰੀ ਕੀ ਆ, ਇੱਕ ਤਰ੍ਹਾਂ ਦੀ ਪੂੰਜੀ ਹੋ ਗਈ ਉਸ ਵਿਅਕਤੀ ਦੀ। ਇੱਦਾਂ ਹੀ ਫਿਰ ਜਿਹੜੀ ਬੈਂਕ ਆ, ਬੈਂਕ ਵਿੱਚ ਰੱਖੀ ਹੋਈ ਜਿਹੜੀ ਮੁਦਰਾ ਵਾ ਉਹ ਕੀ ਆ, ਉਹ ਪੂੰਜੀ ਬਣ ਜਾਂਦੀ ਹੈ। ਜਿਹੜੇ ਪੈਸੇ ਆਪਣੇ ਘਰੇ ਉਹ ਆਪਣੀ ਪੂੰਜੀ ਨਹੀਂ ਹੁੰਦੀ, ਜਿਹੜੇ ਬੈਂਕ ਵਿੱਚ ਰੱਖੇ ਹੁੰਦੇ ਉਹ ਪੂੰਜੀ ਹੁੰਦੀ ਹੈ, ਕਿਉਂਕਿ ਬੈਂਕ ਕੀ ਆ, ਉਤਪਾਦਕ ਨੂੰ ਮੁਦਰਾ ਵਾ ਜਿਹੜੀ ਉਹ ਉਧਾਰ ਦਿੰਦਾ ਵਾ, ਜਿਹੜਾ ਕਿ ਇਹਦਾ ਪ੍ਰਯੋਗ ਕਿਸ ਤਰ੍ਹਾਂ ਕਰਦਾ, ਪੂੰਜੀ ਦੀ ਤਰ੍ਹਾਂ ਕਰਦਾ ਵਾ। ਹਾਲਾਂਕਿ ਪੈਸੇ ਜਿਹੜੇ ਜਮ੍ਹਾਂ ਕਰਵਾਉਣ ਵਾਲੇ ਨੂੰ ਕੀ ਮਿਲਦਾ ਵਾ, ਵਿਆਜ ਮਿਲਦਾ ਵਾ। ਇੱਕ ਦੁਕਾਨ ਵਿੱਚ ਕੀ ਹੈ, ਕਹਿੰਦੇ ਰਿਸੈਪਸ਼ਨ 'ਤੇ ਕਾਊਂਟਰ 'ਤੇ ਪਿਆ ਜਿਹੜਾ ਟੈਲੀਵਿਜ਼ਨ ਸੈੱਟ ਆ ਉਹ ਵੀ ਕੀ ਆ, ਪੂੰਜੀ ਆ। ਪਰ ਜੇ ਉਹੀ ਟੈਲੀਵਿਜ਼ਨ ਆਪਣੇ ਘਰ ਵਿੱਚ ਪਿਆ ਹੋਇਆ ਤਾਂ ਉਹ ਆਪਣੀ ਕੀ ਆ, ਪੂੰਜੀ ਨਹੀਂ ਹੈਗੀ। ਸਮਝ ਗਏ ਨਾ? ਇੱਕ ਵਾਰ ਫਿਰ ਇਹਦੀ ਡੈਫੀਨੇਸ਼ਨ ਦੇਖਦੇ ਹਾਂ ਕਿ ਪੂੰਜੀ ਤੋਂ ਭਾਵ ਵਿਅਕਤੀ ਵੱਲੋਂ ਬਣਾਈਆਂ ਗਈਆਂ ਉਹ ਵਸਤੂਆਂ ਵਾ ਜਿਹੜੀਆਂ ਕੀ ਆ, ਹੋਰ ਵਸਤੂਆਂ ਦੇ ਉਤਪਾਦਨ ਵਿੱਚ ਪ੍ਰਯੋਗ ਹੁੰਦੀਆਂ ਨੇ। ਠੀਕ ਆ, ਜਿਵੇਂ ਹੁਣ ਦੇਖੋ ਆਪਾਂ ਇੱਥੇ ਰੈਸਟੋਰੈਂਟ ਦੀ ਗੱਲ ਕੀਤੀ ਸੀ ਨਾ, ਇੱਕ ਰੈਸਟੋਰੈਂਟ ਆ, ਠੀਕ ਆ, ਉਹਦੇ ਵਿੱਚ ਕੀ ਆ ਕਿ ਰਿਸੈਪਸ਼ਨ ਦੇ ਕਾਊਂਟਰ 'ਤੇ ਇੱਕ ਟੈਲੀਵਿਜ਼ਨ ਪਿਆ ਹੋਇਆ ਵਾ, ਬਟ ਉਹ ਟੈਲੀਵਿਜ਼ਨ ਕੀ ਆ, ਉਹਦੇ ਵਰਕਿੰਗ ਏਰੀਆ 'ਚ ਯੂਜ਼ ਹੋ ਰਿਹਾ ਨਾ, ਜਿੱਥੇ ਉਹ ਕੰਮ ਕਰ ਰਿਹਾ, ਜਿੱਥੋਂ ਪੈਸੇ ਕਮਾ ਰਿਹਾ, ਤਾਂ ਕਰਕੇ ਉਹ ਟੈਲੀਵਿਜ਼ਨ ਵੀ ਉਹਦੀ ਪੂੰਜੀ ਆ। ਠੀਕ ਹੈ, ਅੱਗੇ ਹੈ ਉਦਮੀ। ਉਦਮੀ ਐਂਟਰਪ੍ਰੇਨਰ ਕੌਣ ਹੁੰਦਾ ਵਾ? ਠੀਕ ਹੈ, ਉਦਮੀ ਉਤਪਾਦਨ ਦੀ ਪ੍ਰਕਿਰਿਆ ਵਿੱਚ ਆਰਥਿਕ ਨਿਰਣੇ ਲੈਂਦਾ ਹੈ ਜੋ ਕੀ ਆ, ਜੋਖਮ ਉਠਾਉਂਦਾ ਵਾ ਇੱਕ ਤਰ੍ਹਾਂ ਨਾਲ। ਠੀਕ ਆ, ਕੌਣ ਹੁੰਦਾ ਵਾ ਕਿ ਕਿਸੇ ਆਰਥਿਕ ਪ੍ਰਕਿਰਿਆ ਦੇ ਵਿੱਚ ਉਹ ਕੀ ਆ, ਕਿ ਆਰਥਿਕ ਨਿਰਣੇ ਲੈਂਦਾ ਵਾ। ਠੀਕ ਆ, ਉਤਪਾਦਨ ਦੀ ਪ੍ਰਕਿਰਿਆ ਦੇ ਵਿੱਚ ਜਿਵੇਂ ਆਪਾਂ ਕਹਿ ਦਈਏ ਵੀ ਉਹ ਲਾਭ ਦੇ ਉਦੇਸ਼ ਨਾਲ ਕੰਮ ਕਰਦਾ ਵਾ। ਠੀਕ ਆ, ਜਾਂ ਉਹ ਕੰਮ ਨੂੰ ਕਰਨ ਦਾ ਜੋਖਮ ਉਠਾਉਂਦਾ ਵਾ। ਇਹ ਤੋਂ ਬਿਨਾਂ ਉਤਪਾਦਨ ਦੇ ਜਿਹੜੇ ਬਾਕੀ ਸਾਧਨ ਹੋ ਗਏ, ਜਿਵੇਂ ਭੂਮੀ ਹੋ ਗਈ, ਕਿਰਤ ਹੋ ਗਈ, ਪੂੰਜੀ ਹੋ ਗਈ, ਉਹਨਾਂ ਸਾਰਿਆਂ ਵਿੱਚ ਤਾਲਮੇਲ ਕਰਕੇ ਉਤਪਾਦਨ ਕਰਦਾ ਵਾ, ਉਹਨੂੰ ਉਦਮੀ ਕਿਹਾ ਜਾਂਦਾ ਵਾ। ਠੀਕ ਹੈ, ਜਿਵੇਂ ਫੋਰ ਐਗਜ਼ਾਮਪਲ ਆਪਾਂ ਕਹਿ ਦਈਏ ਵੀ ਖੇਤੀ ਉਤਪਾਦਨ ਦੀ ਕਿਰਿਆ ਵਾ। ਠੀਕ ਆ, ਉਹਦੇ ਵਿੱਚ ਕਿਸਾਨ ਆ ਜਿਹੜਾ ਇੱਕ ਉਦਮੀ ਦੀ ਭੂਮਿਕਾ ਨਿਭਾ ਰਿਹਾ ਵਾ। ਇਸ ਦੇ ਨਾਲ ਹੀ ਮੇਰੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ। ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ। ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਨੈਕਸਟ ਵੀਡੀਓਜ਼। ਥੈਂਕ ਯੂ।